अजकल जो कि कोविड जोड़ा है काफ़ी ज़्यादा फैलिया वो वेट नहीं करनी चाहिए, टेस्टिंग करानी जरूरी है। ਜਿਹੜੇ ਬੰਦੇ ਮਾਈਲਡਲੀ ਸਿੰਪਟੋਮੈਟਿਕ ਨੇ ਜਾਂ ਜਿਨ੍ਹਾਂ ਨੂੰ ਇਨਫੈਕਟ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਵੀ ਹੈਗਾ ਤੇ ਪ੍ਰੈਗਨੈਂਸੀ ਕੋਈ ਕੰਪਲਿਕੇਟਡ ਨਹੀਂ ਹੈ ਤੇ ਕੰਟਰੋਲ ਸ਼ੂਗਰ ਤੇ ਬਲੱਡ ਪ੍ਰੈਸ਼ਰ ਹੈ ਉਹ ਵੀ ਬੜੇ ਸਿੰਪਲ ਤਰੀਕੇ ਨਾਲ ਹੋਮ ਆਈਸੋਲੇਟ ਹੋ ਸਕਦੇ ਨੇ। ਹੋਮ ਆਈਸੋਲੇਸ਼ਨ 'ਚ ਜੇ ਪੇਸ਼ੈਂਟ ਨੂੰ ਕਦੇ ਵੀ ਇਹ ਫੀਲ ਹੁੰਦਾ ਹੈ ਕਿ ਜਿਹੜੇ ਮੇਰੇ ਸਿੰਪਟਮਸ ਹੈ ਏਸਿੰਪਟੋਮੈਟਿਕ ਜਾਂ ਮਾਈਲਡਲੀ ਸਿੰਪਟੋਮੈਟਿਕ ਉਹ ਵਰਸਨ ਹੋ ਰਹੇ ਨੇ, ਲਾਈਕ ਸਪੋਜ਼ ਉਹਨੂੰ ਕੰਟੀਨਿਊਸ ਹਾਈ ਗ੍ਰੇਡ ਫੀਵਰ ਰਹਿੰਦਾ ਹੈ, ਜੇ ਉਹਨੂੰ ਸਾਹ ਚੜ੍ਹਦਾ ਹੈ, ਬ੍ਰੈਥਲੈਸ ਹੁੰਦਾ ਹੈ, यूजली पेशेंट सानू कहते हैं कि मेरे प्रैशर है चैसट के उन्होंने कोई प्रैशर होंदा है तो उन्हें इमीडिएटली 104 हैल्पलाइन नंबर है उत्थे या वो हॉस्पिटल के साडे कोल आके एडमिशन होनी है। सिर्फ एक ऑक्सीमीटर ते थर्मामीटर बस ये दो चीज़ां जो पेशेंट नू होम आइसोलेशन दे विच जरूरी है। मैडम जो तुहानू कोविड होया उदों तुहानू की सिम्पटम्स की होए कि तुहानू की लग्या कि मैनू बीमारी है कि तुसीं टेस्टिंग कराई, तुहानू की लग्या? फिजिकली भी मैंटली थोड़े डिस्टर्ब हो जाते ਆਪਾਂ कि हुण की बनूगा मेरा, लाइक फैमिली तो जो सैपरेट होंगे थोड़ी जी अंदर ना इंट्यूशन जो होने लगी कि हुण की बनूगा मेरा, कि मैं बच पाऊँगी या नहीं। इधर ना फीयर सीगा एक माइंड दे विच जेड़ा कि मेरी पूरी फैमिली की तरह इन्होंने मेरे हॉस्पिटल च पूरी टीम ने मेरा पूरा सहयोग दिता। पेशेंट साडे नाल जुड़े ने मिस्टर मूंगिया, इन्हां ने फॉर्म भरिया, इन्हां दा टेस्ट पॉजिटिव आया, फॉर्म भरिया, बड़े सिंपलीफाइड तरीके ने इन्होंने होम आइसोलेशन की। होम आइसोलेशन जी हैगी है वो होम आइसोलेशन च अपनी लाइफ किद्दां बिताई, उदों तुहाडे की इमोशन सी, बच्चों को किद्दां लग्या ते तुसीं इस चीज़ नूं किद्दां ओवरकम कीता? घर वाले इन्ने डरे हुए थे कि पता कि किसी मतलब कि मेरे को उपर आने तो भी डरते पे थे। मैं तो उन्होंने आप किया मेरा खाना बाहर रख देंगे थे, लेकिन काफ़ी डर गए हुए थे। पर मैं उन्होंने सपोर्ट की, डॉक्टर रविंदर ने भी मेरी वाइफ ने भी गल की, उन्होंने बड़ी इन्होंने सपोर्ट की कि मतलब कि तुसीं कोई ऐसी गल नहीं, डरन वाली कोई गल नहीं हैगी। ਤੁਹਾਨੂੰ ਪਤਾ ਹੋਏਗਾ ਦੋਸਤੋ ਕਿ ਸੰਜੀਵਨੀ ਇੱਕ ਗਰੁੱਪ ਹੈ ਜਿਹੜੇ ਕਿ ਹਸਪੀਟਲ ਲੁਧਿਆਣਾ ਦੇ 7 ਹਸਪੀਟਲ ਜਿਨ੍ਹਾਂ ਨੇ ਸਟਾਰਟ ਤੋਂ ਕੋਵਿਡ ਨਾਲ ਲੜਾਈ ਲੜੀ ਤੇ ਉਹਨਾਂ ਦੇ ਡਾਕਟਰਸ ਨੇ ਬਣਾਇਆ। ਇਹਦੇ ਦੋ ਮੁੱਖ ਇਹਦਾ ਏਮ ਸੀਗੇ। ਪਹਿਲਾ ਏਮ ਹੈ ਕਿ ਕੋਈ ਵੀ ਪੇਸ਼ੈਂਟ ਕਿਸੇ ਵੀ ਹਸਪੀਟਲ 'ਚ, ਹੁਣ ਪੈਰੀਫਰੀ ਦੇ ਵੀ ਕਈ ਛੋਟੇ ਹਸਪੀਟਲਾਂ 'ਚ ਵੀ ਕੋਵਿਡ ਦਾ ਇਲਾਜ ਹੋਣਾ ਸ਼ੁਰੂ ਹੋ ਗਿਆ, ਉਹਨਾਂ ਪੇਸ਼ੈਂਟਸ ਨੂੰ ਕਿਤੇ ਵੀ ਕੋਈ ਤਕਲੀਫ ਆਉਂਦੀ ਹੈ ਤਾਂ ਜਿਹੜੇ ਡਾਕਟਰ ਨੇ ਇੱਕ ਇਹ ਸੰਜੀਵਨੀ ਗਰੁੱਪ ਦਾ WhatsApp ਗਰੁੱਪ ਬਣਿਆ ਜਿਹਦੇ ਵਿੱਚ 7 ਮਾਹਰ ਡਾਕਟਰ ਨੇ। ਉਹਨਾਂ ਵਿੱਚੋਂ ਡਾਕਟਰ ਰਜੇਸ਼ ਮਹਾਜਨ DMC ਤੋਂ, ਡਾਕਟਰ ਹਤਿੰਦਰ ਸਿਵਲ ਹਸਪੀਟਲ ਤੋਂ, ਡਾਕਟਰ ਵਿਪਨ ਜੋ ਹੈ ਉਹ ਵੀ DMC ਤੋਂ, ਤੇ ਡਾਕਟਰ ਗੁਰਪ੍ਰੀਤ ਅਪੋਲੋ ਤੋਂ, ਔਰ ਦੂਸਰੇ ਡਾਕਟਰ ਪੰਨੂ ਤੇ ਡਾਕਟਰ ਛਾਬੜਾ ਇਹ ਸਾਡੇ ਨਾਲ ਨੇ ਜਿਹੜੇ ਸਾਡੇ ਐਕਸਪਰਟ ਨੇ। ਇਹ ਜਦੋਂ ਵੀ ਕੋਈ ਕਿਸੇ ਨੂੰ ਤੇ ਡਾਕਟਰ ਮੈਰੀ ਜੋਨ CMC ਤੋਂ, ਇਹ ਜਿਹੜੇ ਸਾਡੇ ਐਕਸਪਰਟ ਨੇ ਜਦੋਂ ਵੀ ਕਿਸੇ ਵੀ ਹਸਪੀਟਲ 'ਚ ਕਿਸੇ ਵੀ ਪੇਸ਼ੈਂਟ ਨੂੰ ਕੋਈ ਸੀਰੀਅਸ ਹੁੰਦਾ ਕੋਵਿਡ ਦਾ ਜਾਂ ਕੋਈ ਵੀ ਹੋਰ ਪੇਸ਼ੈਂਟ ਸੀਰੀਅਸ ਹੁੰਦਾ ਹੈ ਤਾਂ ਉਹਨਾਂ ਨੂੰ ਇਹ WhatsApp ਗਰੁੱਪ ਤੇ ਉਹਨਾਂ ਦਾ ਟ੍ਰੀਟਮੈਂਟ ਪਾ ਦਿੱਤਾ ਜਾਂਦਾ ਹੈ ਤੇ ਟੈਲੀਫੋਨ ਤੇ ਵੀ ਉਹਨਾਂ ਨਾਲ ਰਾਏ ਮਸ਼ਵਰਾ ਕੀਤੀ ਜਾਂਦੀ ਹੈ। ਇਸ ਦਾ ਮਤਲਬ ਇਹ ਹੈਗਾ ਕਿ ਅਸੀਂ ਤੁਹਾਡੇ ਨਾਲ ਹਰ ਵਕਤ ਤੁਹਾਡੇ ਨਾਲ ਹਾਂ, ਸੰਜੀਵਨੀ ਗਰੁੱਪ ਦੇ ਜਿਹੜੇ ਮੈਂਬਰ ਹੈ। ਤੇ ਇਸੇ ਲੜੀ ਵਿੱਚ ਅਸੀਂ ਦੋ ਚੀਜ਼ਾਂ ਕਰਦੇ ਹਾਂ। ਇੱਕ ਤਾਂ ਆਮ ਪਬਲਿਕ ਤੋਂ ਜਿਹੜੇ ਕੁਐਸਚਨ ਆਨਸਰ ਕੋਵਿਡ ਦੇ ਰਿਲੇਟਡ ਕੋਈ ਵੀ ਕੁਐਸਚਨ ਆਨਸਰ ਹੋਣ ਉਹ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਉਹ ਤੁਸੀਂ ਸਾਨੂੰ ਅਸੀਂ ਕੁਝ ਕੁਐਸਚਨ ਸਾਡੇ ਕੋਲ ਆਏ ਵੀ ਨੇ ਉਹ ਵੀ ਡਿਸਕਸ ਕਰਾਂਗੇ। ਦੂਸਰਾ ਅੱਜ ਇਹ ਬਹੁਤ ਹੀ ਇੰਪੋਰਟੈਂਟ ਅਸੀਂ ਪੁਆਇੰਟ ਲਿਆ ਕਿ ਜਿਹੜੇ ਪੇਸ਼ੈਂਟਾਂ ਦੇ ਸਾਡੇ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਮਨ ਵਿੱਚ ਸਟ੍ਰੈਸ ਸੀਗਾ ਕਿ ਕੋਵਿਡ ਬਿਮਾਰੀ ਬਾਰੇ ਕੁਝ ਬਹੁਤ ਸਟ੍ਰੈਸ ਹੈ, ਆਈਸੋਲੇਸ਼ਨ ਬਾਰੇ ਸਟ੍ਰੈਸ ਹੈ ਕਿ ਜੇ ਕੋਵਿਡ ਦੇ ਪੇਸ਼ੈਂਟ ਬਿਮਾਰ ਜ਼ਿਆਦਾ ਹੋ ਜਾਣ ਤਾਂ ਉਹਨਾਂ ਨੂੰ ਡਰ ਲੱਗਦਾ ਕਿ ਹਸਪੀਟਲ 'ਚ ਕੀ ਹੋਏਗਾ। ਤਾਂ ਅੱਜ ਅਸੀਂ ਆਪਣੇ ਨਾਲ ਬਹੁਤ ਇੰਪੋਰਟੈਂਟ ਮੈਂ ਕਹੂੰਗਾ ਕਿ 4 ਸ਼ਖਸੀਅਤਾਂ 4 ਹੀਰੋਜ਼ ਨੇ ਜਿਨ੍ਹਾਂ ਨੇ ਨਾ ਕੇਵਲ ਕਰੋਨਾ ਨੂੰ ਹਰਾਇਆ ਬਲਕਿ ਹਰਾਉਣ ਤੋਂ ਬਾਅਦ ਕੁਝ ਇਹੋ ਜਿਹੀਆਂ ਚੀਜ਼ਾਂ ਕੀਤੀਆਂ ਕਿ ਜਿਨ੍ਹਾਂ 'ਤੇ ਸਾਨੂੰ ਬਹੁਤ ਜ਼ਿਆਦਾ ਗਰਵ ਹੈ, ਫਖਰ ਮਹਿਸੂਸ ਕਰਦੇ ਹਾਂ ਕਿ ਇਹ ਲੋਕਾਂ ਨੇ ਕਰੋਨਾ ਨੂੰ ਹਰਾਇਆ ਵੀ ਤੇ ਉਸ ਤੋਂ ਬਾਅਦ ਕੰਮ ਵੀ ਕੀਤਾ ਤੇ ਐਜ ਏ ਵਲੰਟੀਅਰ ਹੁਣ ਸਮਾਜ ਦੇ ਨਾਲ ਜੁੜੇ ਹੋਏ ਨੇ। ਤੇ ਅੱਜ ਪਹਿਲਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਸ ਤੋਂ ਬਾਅਦ ਤੁਹਾਡੇ ਕੁਐਸਚਨ ਆਨਸਰ ਲਵਾਂਗੇ। ਤਾਂ ਮੇਰਾ ਪਹਿਲਾ ਮੈਂ ਤੁਹਾਨੂੰ ਇੰਟਰੋਡਿਊਸ ਕਰਵਾ ਦੇਣਾ ਸਾਰੇ ਬੰਦਿਆਂ ਨਾਲ। ਡਾਕਟਰ ਹਤਿੰਦਰ ਇਹ ਆਪਣੇ ਸਪੈਸ਼ਲ ਨੋਡਲ ਇੰਚਾਰਜ ਨੇ ਸਿਵਲ ਹਸਪੀਟਲ ਦੇ। ਵਰਿੰਦਰ ਮੈਡਮ ਇਹ ਆਪਣੇ ਇਹ ਸਟਾਫ ਨਰਸਿੰਗ ਇਹਨਾਂ ਦਾ ਪ੍ਰੋਫੈਸ਼ਨ ਹੈ। ਇਹਨਾਂ ਨੇ ਆਪਣਾ ਕੋਵਿਡ ਇਹਨਾਂ ਨੂੰ ਹੋਇਆ ਉਸ ਤੋਂ ਜਿੱਤ ਪ੍ਰਾਪਤ ਕੀਤੀ ਫਿਰ ਕੰਮ ਕੀਤਾ। ਮਿਸਟਰ ਵਿਜੇ ਇਹ ਸਾਡੇ ਬਹੁਤ ਹੀ ਹਾਰਡ ਵਰਕਿੰਗ ਵਾਰਡ ਬॉय ਨੇ ਇੱਕ ਬਹੁਤ ਹੀ ਪ੍ਰੋਮੀਨੈਂਟ ਹਸਪੀਟਲ 'ਚ। ਇਹਨਾਂ ਨੇ ਵੀ ਆਪਣਾ ਬਹੁਤ ਕੋਵਿਡ ਇਹਨਾਂ ਨੂੰ ਹੋਇਆ, ਸੀਰੀਅਸ ਹੋਏ, ਇਸ ਤੋਂ ਬਾਅਦ ਇਹ ਠੀਕ ਹੋਏ ਤੇ ਉਸ ਤੋਂ ਬਾਅਦ ਇਹਨਾਂ ਨੇ ਕਾਫੀ ਕੁਝ ਯੋਗਦਾਨ ਕੀਤਾ, ਉਹ ਅਸੀਂ ਡਿਸਕਸ ਕਰਾਂਗੇ ਇਹਨਾਂ ਦੇ ਨਾਲ। ਫਿਰ ਸਾਡੇ ਨਾਲ ਮਿਸਟਰ ਅਮਰਜੀਤ ਨੇ ਜੋ ਸਾਡੇ ADC ਨੇ। ਸੋ ਇਹਨਾਂ ਨੇ ਵੀ ਇਸ ਮੰਚ ਤੇ ਆ ਕੇ ਸਾਡਾ ਸਾਥ ਦਿੱਤਾ, ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਇਹਨਾਂ ਨੂੰ ਵੀ ਕੋਵਿਡ ਹੋਇਆ, ਲੋਕਾਂ ਦਾ ਕੰਮ ਕਰਦੇ ਕਰਦੇ ਇਹਨਾਂ ਨੂੰ ਵੀ ਕੋਵਿਡ ਹੋਇਆ, ਥੋੜਾ ਸੀਰੀਅਸ ਵੀ ਹੋਏ ਪਰ ਇਹਨਾਂ ਨੇ ਆਪਣੇ ਮਨੋਬਲ ਦੇ ਨਾਲ ਲੜਾਈ ਜਿੱਤੀ ਤੇ ਆਪਣੇ ਨਾਲ ਸਾਡੇ ਨਾਲ ਨੇ। ਤੇ ਸਾਡੇ ਨਾਲ ਦੂਸਰੇ ਮਿਸਟਰ ਦਿਨੇਸ਼ ਕੁਮਾਰ ਸਾਡੇ ਪੁਲਿਸ ਫੋਰਸ ਦੇ ਜਿਹੜੇ ਕਿ ਅੱਜਕੱਲ ਬਹੁਤ ਜ਼ਿਆਦਾ ਇਨਵੋਲਵ ਹੁੰਦੇ ਆ ਕਿਉਂਕਿ ਇਹਨਾਂ ਦੀ ਵੀ ਪਬਲਿਕ ਡੀਲਿੰਗ ਬਹੁਤ ਹੁੰਦੀ ਹੈ।
ਇਹਨਾਂ ਨੇ ਵੀ ਕੋਵਿਡ ਤੋਂ ਜਿੱਤ ਪ੍ਰਾਪਤ ਕੀਤੀ। ਤੇ ਸਾਡੇ ਦੂਸਰੇ ਮਾਹਰ ਡਾਕਟਰ ਸੰਦੀਪ ਛਾਬੜਾ ਜੋ ਕਿ ਦਿਆਨੰਦ ਮੈਡੀਕਲ ਕਾਲਜ ਤੋਂ ਹੈ, ਉਹ ਤੁਹਾਡੇ ਨਾਲ ਕਈ ਕੁਐਸਚਨ ਆਨਸਰ ਲੈਣਗੇ। ਸੋ ਪਹਿਲਾਂ ਮੈਂ ਆਈ ਥਿੰਕ ਕੁਐਸਚਨ ਆਨਸਰ ਲੈਣ ਤੋਂ ਪਹਿਲਾਂ ਮੈਂ ਕੁਝ ਚੀਜ਼ਾਂ ਤੁਹਾਡੇ ਨਾਲ ਡਿਸਕਸ ਕਰਾਂਗਾ ਡਾਕਟਰ ਮੈਡਮ ਵਰਿੰਦਰ ਨਾਲ। ਮੈਡਮ, ਜਦੋਂ ਤੁਹਾਨੂੰ ਕੋਵਿਡ ਹੋਇਆ ਉਦੋਂ ਤੁਹਾਨੂੰ ਕੀ ਸਿੰਪਟਮਸ ਕੀ ਹੋਏ, ਕਿ ਤੁਹਾਨੂੰ ਕੀ ਲੱਗਿਆ ਕਿ ਮੈਨੂੰ ਬਿਮਾਰੀ ਹੈ, ਕਿ ਤੁਸੀਂ ਟੈਸਟਿੰਗ ਕਰਾਈ, ਤੁਹਾਨੂੰ ਕੀ ਲੱਗਿਆ ਉਦੋਂ? ਐਕਚੁਅਲੀ ਫਸਟ ਅਗਸਤ ਨੂੰ ਨਾਈਟ ਦੇ ਵਿੱਚ ਮੈਂ ਡਿਊਟੀ ਆਫ ਕਰਕੇ ਜਦੋਂ ਘਰ ਗਈ ਤੇ ਮੈਨੂੰ ਥੋੜੀ ਜਿਹੀ ਸ਼ਿਵਰਿੰਗ ਹੋਈ ਓਵਰਨਾਈਟ, ਹਲਕੀ ਜਿਹੀ ਹੋਈ, ਪੈਣ ਲੱਗੇ, ਥੋੜੀ ਜਿਹੀ ਹੋਈ ਤੇ ਮੈਂ ਸੌਂ ਗਈ। ਉਸ ਤੋਂ ਬਾਅਦ ਸਵੇਰ ਮਾਰਨਿੰਗ ਛੁੱਟੀ ਤੋਂ ਮੈਨੂੰ ਥੋੜੀ ਜਿਹੀ ਬੋਡੀ ਵਾਰਮ ਲੱਗੀ ਤੇ ਮੇਰੀ ਐਕਚੁਅਲੀ ਗਲੇ ਦੀ ਥੋੜੀ ਜਿਹੀ ਲੱਗ ਰਹੀ ਸੀ ਕਿ ਮੈਨੂੰ ਖੁਸ਼ਕ ਜਿਹਾ ਹੈ। ਇਮੀਡੀਏਟਲੀ ਮੈਂ ਆਪਣੀ ਐਚਓਡੀ ਨੂੰ ਇਨਫੋਰਮ ਕੀਤਾ, ਦੈਨ ਉਹਨਾਂ ਨੇ ਮੈਨੂੰ ਕੋਵਿਡ ਟੈਸਟ ਐਡਵਾਈਸ ਕੀਤਾ ਤੇ ਮੈਂ ਟੈਸਟਿੰਗ ਲਈ ਹਾਰਟ ਸੈਂਟਰ ਐਮਰਜੈਂਸੀ ਓਪੀਡੀ 'ਚ ਆਈ ਤੇ ਟੈਸਟ ਕਰਵਾਉਣ ਤੋਂ ਇਵਨਿੰਗ ਦੇ ਵਿੱਚ ਟੈਸਟ ਕਰਵਾ ਕੇ ਚਲੀ ਗਈ ਘਰ ਤੇ ਆਪਣੇ ਆਪ ਨੂੰ ਮੈਂ ਹੋਮ ਕੁਆਰੰਟਾਈਨ ਮਤਲਬ ਆਈਸੋਲੇਟ ਹੀ ਕਰ ਲਿਆ ਸੀਗਾ ਤਾਂ। ਤੇ ਸ਼ਾਮ ਇਵਨਿੰਗ 5:30 ਵਜੇ ਤੱਕ ਮੇਰੀ ਰਿਪੋਰਟ ਆਉਣ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਮੇਰੀ ਕੋਵਿਡ ਟੈਸਟ ਪੋਜ਼ਿਟਿਵ ਹੈ। ਉਸ ਤੋਂ ਬਾਅਦ ਮੇਰੇ ਮੈਡੀਕਲ ਸਟਾਫ ਸਾਰੇ, ਜਿਵੇਂ ਡਾਕਟਰ ਵਿਸ਼ਵਮੋਹਨ ਸਰ ਹੋ ਗਏ, ਡਾਕਟਰ ਵਿਵੇਕ, ਡਾਕਟਰ ਵੰਡਰ ਤੇ ਮੇਰੇ ਐਚਓਡੀ ਡਾਕਟਰ ਆਪਣੇ ਸਿਸਟਰ ਮਨਜੀਤ ਬਾਵਾ, ਐਡਮਿਨਿਸਟ੍ਰੇਟਿਵ ਡਾਕਟਰ ਆਪਣੇ ਮਿਸਟਰ ਰਾਜੀਵ, ਇਹਨਾਂ ਨੇ ਮੇਰੀ ਪੂਰੀ ਐਜ਼ ਅ ਟੀਮ ਮੇਰੀ ਫੈਮਿਲੀ ਦੀ ਤਰ੍ਹਾਂ ਮੇਰੀ ਹੈਲਪ ਕੀਤੀ। ਤੇ ਉਸ ਦਿਨ ਮੈਨੂੰ ਹਸਪੀਟਲਾਈਜ਼ ਹੋਣ ਦੀ ਐਡਵਾਈਸ ਕੀਤੀ। ਉਹਨਾਂ ਨੇ ਮੈਨੂੰ ਇੱਕ ਅੱਛਾ ਬੈੱਡ ਉੱਥੇ ਕ੍ਰੀਏਟ ਕਰਵਾ ਕੇ ਮੈਨੂੰ ਉੱਥੇ ਦਿੱਤਾ ਤੇ ਉੱਥੇ ਮੇਰੀ ਇੱਕ ਐਜ਼ ਅ ਫੈਮਿਲੀ ਮੇਰੀ ਉੱਥੇ ਕੇਅਰ ਹੋਈ। ਮੈਨੂੰ ਜਿਵੇਂ ਇੱਕ ਤਰ੍ਹਾਂ ਦਾ ਆਈਸੋਲੇਸ਼ਨ ਲਾਈਕ ਆਪਾਂ ਇਕਾਂਤਵਾਸ ਦਾ ਹੀ ਲੱਗਦਾ ਸੀ, ਕਿਉਂਕਿ ਆਪਣੀ ਫੈਮਿਲੀ ਤੋਂ ਜਦੋਂ ਸੈਪਰੇਟ ਹੋ ਜਾਂਦੇ ਆ ਫਿਜ਼ੀਕਲੀ ਵੀ ਮੈਂਟਲੀ ਥੋੜ੍ਹੇ ਜਿਹੇ ਡਿਸਟਰਬ ਹੋ ਜਾਂਦੇ ਆਪਾਂ ਕਿ ਹੁਣ ਕੀ ਬਣੂਗਾ ਮੇਰਾ। ਲਾਈਕ ਫੈਮਿਲੀ ਤੋਂ ਜਦੋਂ ਸੈਪਰੇਟ ਹੁੰਦੇ ਆ ਥੋੜ੍ਹੀ ਜਿਹੀ ਅੰਦਰ ਨਾ ਇੰਟਿਊਸ਼ਨ ਜਿਹਾ ਹੋਣ ਲੱਗੀ ਕਿ ਹੁਣ ਕੀ ਬਣੂਗਾ ਮੇਰਾ, ਕੀ ਮੈਂ ਬਚ ਪਾਊਂਗੀ ਜਾਂ ਨਹੀਂ। ਇੱਦਾਂ ਦਾ ਫੀਅਰ ਸੀਗਾ ਇੱਕ ਮਾਈਂਡ ਦੇ ਵਿੱਚ, ਜਿਹੜਾ ਕਿ ਮੇਰੀ ਪੂਰੀ ਫੈਮਿਲੀ ਦੀ ਤਰ੍ਹਾਂ ਇਹਨਾਂ ਨੇ ਮੇਰੇ ਹਸਪੀਟਲ 'ਚ ਪੂਰੀ ਟੀਮ ਨੇ ਮੇਰਾ ਪੂਰਾ ਸਹਿਯੋਗ ਦਿੱਤਾ। ਉਹਦੀ ਕੋਆਪਰੇਸ਼ਨ ਤੇ ਸਪੋਰਟ ਦੇ ਨਾਲ ਮੈਂ 10 ਦਿਨ ਹਸਪੀਟਲਾਈਜ਼ ਹੋਈ ਤੇ ਜਿਹਦੇ ਵਿੱਚ ਕਿ ਮੈਨੂੰ ਇਹਨਾਂ ਨੇ ਇੱਕ ਅੱਛੀ ਡਾਈਟ ਪ੍ਰੋਵਾਈਡ ਕੀਤੀ। ਐਟਮੋਸਫੇਅਰ ਇੰਨਾ ਅੱਛਾ ਸੀਗਾ ਤੇ ਸਾਨੂੰ ਯੋਗਾ ਦੇ ਬਾਰੇ ਵੀ ਗਾਈਡਲਾਈਨਸ ਮਿਲੀਆਂ ਸਾਰੀਆਂ ਤੇ ਇੱਕ ਅੱਛਾ ਐਨਵਾਇਰਨਮੈਂਟ ਉੱਥੇ ਸਾਨੂੰ ਪ੍ਰੋਵਾਈਡ ਕੀਤਾ, ਜਿਹਦੇ ਵਿੱਚ ਸਾਨੂੰ ਲੱਗਿਆ ਨਹੀਂ ਕਿ ਕਾਫੀ ਜਿਵੇਂ ਫੈਮਿਲੀ ਦੀ ਸਪੋਰਟ, ਜਿਵੇਂ ਘਰ ਆਪਾਂ ਉਹ ਥੋੜ੍ਹੀ ਜਿਹੀ ਜਿਹੜੀ ਉਹ ਕੀ ਸੀ ਵੇਕੈਂਸੀ ਲੱਗਦੀ ਸੀ ਨਾ ਕਿ ਹਾਂ ਅਸੀਂ ਇਕੱਲਾਪਨ ਕਹਿ ਸਕਦੇ ਹਾਂ, ਉਹਨੂੰ ਪ੍ਰੀਵੈਂਟ ਕਰ ਦਿੱਤਾ। ਤੇ ਸਾਨੂੰ ਟੈਲੀਫੋਨਿਕਲੀ ਵੀ ਸਾਨੂੰ ਇਹਨਾਂ ਨੇ ਹਰ ਟਾਈਮ ਟੂ ਟਾਈਮ ਸਾਨੂੰ ਟੈਲੀਫੋਨਿਕਲੀ ਸਪੋਰਟ ਕਰਦੇ ਰਹੇ। ਵਿੱਚ ਦੀ ਡਾਕਟਰ ਵਿਸ਼ਵਮੋਹਨ ਦਾ ਅਸੀਂ ਸਪੈਸ਼ਲ ਥੈਂਕਸ ਕਰਦੇ ਹਾਂ ਕਿ ਉਹ ਸਾਨੂੰ ਪੀਪੀ ਕਿੱਟ ਪਵਾ ਕੇ ਸਾਡੀ ਉੱਥੇ ਵਿਜ਼ਿਟ ਵੀ ਕੀਤੀ, ਸਾਨੂੰ ਮੈਂਟਲੀ ਤੇ ਅੱਛੀ ਸਪੋਰਟ ਕਰਦੇ ਰਹੇ। ਤੇ ਅੱਜ ਅਸੀਂ 10 ਦਿਨਾਂ ਤੋਂ ਬਾਅਦ ਮੈਂ ਘਰ 5 ਦਿਨ ਫਿਰ ਆਈਸੋਲੇਟ ਰਹੀ, ਹੋਮ ਕੁਆਰੰਟਾਈਨ ਰਹੀ, ਜਿਹਦੇ ਵਿੱਚ ਵੀ ਸਾਨੂੰ ਟੈਲੀਫੋਨਿਕਲੀ ਮੇਰੇ ਹਸਪੀਟਲ ਤੋਂ ਪੂਰੀ ਸਪੋਰਟ ਮਿਲਦੀ ਰਹੀ। ਤੇ ਆਈ ਫੀਲ ਵੈਰੀ ਥੈਂਕਫੁਲ ਟੂ ਆਲ ਮਾਈ ਹਾਰਟ ਸੈਂਟਰ ਫੈਮਿਲੀ। ਤੋ ਜਿੱਦਾਂ ਕਿ ਤੁਸੀਂ ਦੇਖਿਆ ਕਿ ਸਭ ਤੋਂ ਇੰਪੋਰਟੈਂਟ ਚੀਜ਼ ਜੋ ਮੈਂ ਸਾਇੰਟੀਫਿਕਲੀ ਇਸ ਤੋਂ ਲੈ ਰਿਹਾ ਕਿ ਜਦੋਂ ਵੀ ਤੁਹਾਨੂੰ ਸਿੰਪਟਮ ਹੋਇਆ ਤੇ ਬੁਖਾਰ ਹੋਇਆ, ਅੱਜ ਕੱਲ੍ਹ ਜਦੋਂ ਕਿ ਕੋਵਿਡ ਜਿਹੜਾ ਹੈਗਾ ਕਾਫੀ ਜ਼ਿਆਦਾ ਫੈਲਿਆ, ਉਹਦੇ ਵਿੱਚ ਵੇਟ ਨਹੀਂ ਕਰਨੀ ਚਾਹੀਦੀ, ਟੈਸਟਿੰਗ ਕਰਾਉਣੀ ਜ਼ਰੂਰੀ ਹੈ। ਇਹਨਾਂ ਨੇ ਪਹਿਲਾਂ ਹੀ ਟੈਸਟਿੰਗ ਕਰਾ ਲਈ, ਪਹਿਲੇ ਦਿਨ ਟੈਸਟਿੰਗ ਕਰਾ ਲਈ, ਇਹਨਾਂ ਨੂੰ ਰਿਪੋਰਟ ਮਿਲ ਗਈ, ਇਹਦੇ ਨਾਲ ਇਹਨਾਂ ਦਾ ਅਰਲੀ ਟ੍ਰੀਟਮੈਂਟ ਹੋ ਗਿਆ। ਇਹ ਤੁਹਾਨੂੰ ਬਾਰ-ਬਾਰ ਅਸੀਂ ਰੀਟ੍ਰੀਟ ਕਰਦੇ ਹਾਂ ਕਿ ਜਿਹੜੇ ਬੰਦੇ ਜਲਦੀ ਟੈਸਟਿੰਗ ਕਰਾ ਕੇ ਜਲਦੀ ਰਿਪੋਰਟ ਮਿਲਦੀ ਹੈ, ਉਹ ਸਾਰੇ ਬੰਦੇ ਇੰਪਰੂਵ ਹੋ ਜਾਂਦੇ ਨੇ, 98 ਤੋਂ 99% ਇੰਪਰੂਵ ਹੋ ਜਾਂਦੇ ਨੇ। ਪਰ ਜੋ ਡਿਲੇ ਕਰਦੇ ਆ ਉਹ ਲੰਗਸ ਚਲੀ ਜਾਂਦੀ ਹੈ, ਇਨਫੈਕਸ਼ਨ ਤੇ ਕਾਫੀ ਸੀਰੀਅਸ ਹਾਲਤ 'ਚ ਆਉਂਦੇ ਆ। ਦੂਸਰੀ ਚੀਜ਼ ਇਹ ਹੈ ਕਿ ਇਹਦੇ ਵਿੱਚ ਮੋਟੀਵੇਸ਼ਨ, ਜਿੱਦਾਂ ਕਿ ਹੈਲਥ ਕੇਅਰ ਵਰਕਰ ਹੈ, ਇਹਨਾਂ ਨੇ ਕਿਸੇ ਪੇਸ਼ੈਂਟ ਦੀ ਲਾਈਫ ਬਚਾਉਂਦੇ ਹੋਏ, ਮੈਨੂੰ ਪਤਾ ਇੱਕ ਪੇਸ਼ੈਂਟ ਵੈਂਟੀਲੇਟ ਕਰਨਾ ਸੀ ਜਿਹੜਾ ਬਾਅਦ 'ਚ ਕੋਵਿਡ ਪੋਜ਼ੀਟਿਵ ਆਇਆ, ਉਹਨਾਂ ਤੋਂ ਇਹਨਾਂ ਨੂੰ ਪ੍ਰੋਬਲਮ ਹੋਈ। ਬਟ ਨਾ ਕੇਵਲ ਇਹਨਾਂ ਨੇ ਪੇਸ਼ੈਂਟ ਦੀ ਲਾਈਫ ਬਚਾਈ, ਉਹਦੇ ਵਿੱਚ ਇਹਨਾਂ ਨੂੰ ਜ਼ਰੂਰ ਪ੍ਰੋਬਲਮ ਹੋਈ, ਪਰ ਕਿਉਂਕਿ ਸਾਰੇ ਨੇ ਇੱਕ ਦੂਸਰੇ ਦਾ ਸਾਥ, ਸਭ ਤੋਂ ਇੰਪੋਰਟੈਂਟ ਹੈ ਕਿ ਸਾਨੂੰ ਫੈਮਿਲੀ ਮੈਂਬਰਸ ਨੂੰ, ਫਰੈਂਡਸ ਨੂੰ, ਪਬਲਿਕ ਨੂੰ, ਜਿਹੜੇ ਬੰਦੇ ਨੂੰ ਵੀ ਕੋਵਿਡ ਹੁੰਦਾ ਉਹਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਅਨਟੱਚੇਬਲ ਹੈ, ਬਈ ਉਹ ਤਾਂ ਆਪਣਾ ਹੀ ਹੈ, ਕੁਛ ਚੀਜ਼ ਕਰਕੇ ਹੀ ਕਿਸੇ ਨੂੰ ਪ੍ਰੋਬਲਮ ਹੁੰਦੀ ਹੈ, ਇੱਦਾਂ ਤਾਂ ਨਹੀਂ ਹੋ ਰਹੀ। ਸੋ ਜਿਹੜੇ ਇਹਨਾਂ ਲੋਕਾਂ ਦਾ ਸਾਥ ਜਦੋਂ ਇਹਨਾਂ ਨੇ ਦਿੱਤਾ ਤਾਂ ਇਸ ਨੇ ਪ੍ਰੋਬਲਮ ਤੋਂ ਜਿੱਤ ਪ੍ਰਾਪਤ ਕੀਤੀ। ਥੈਂਕ ਯੂ ਵਰਿੰਦਰ। ਹੁਣ ਇਸੇ ਕੜੀ 'ਚ ਮੈਂ ਦੂਸਰਾ ਜਿਹੜੇ ਹੈਗੇ ਨੇ ਮਿਸਟਰ ਵਿਜੇ ਕੁਮਾਰ ਜੀ ਬਾਰੇ ਮੈਂ ਤੁਹਾਨੂੰ ਦੋ ਚੀਜ਼ਾਂ ਦੱਸਣਾ ਚਾਹਾਂਗਾ ਕਿ ਇਹ ਸਾਡੇ ਵਾਰਡ ਬॉय ਨੇ ਇੱਕ ਵੱਡੇ ਹਸਪੀਟਲ ਦੇ ਵਿੱਚ। ਇਹਨਾਂ ਦੀ ਡਿਊਟੀ ਆਈਸੋਲੇਸ਼ਨ 'ਚ ਲੱਗੀ, ਜਿੱਥੇ ਕਮ ਸੇ ਕਮ 18 ਪੇਸ਼ੈਂਟ ਬਹੁਤ ਹੀ ਸੀਰੀਅਸ ਹਾਲਤ ਦੇ ਕੋਵਿਡ ਦੇ ਸੀ ਤੇ ਲਗਾਤਾਰ ਉੱਥੇ ਡਿਊਟੀ ਕਰਦੇ ਰਹੇ, 7 ਦਿਨ ਲਗਾਤਾਰ ਡਿਊਟੀ ਕੀਤੀ। ਫਿਰ ਅਚਾਨਕ ਇੱਕ ਕੋਈ ਪੇਸ਼ੈਂਟ ਸੀਰੀਅਸ ਹੋਇਆ, ਉਸ ਤੋਂ ਬਾਅਦ ਇਹਨਾਂ ਦਾ ਸ਼ਾਇਦ ਕੁਝ ਐਕਸਪੋਜ਼ਰ ਹੋਇਆ ਜਾਂ ਕੁਝ ਹੋਰ ਪ੍ਰੋਬਲਮ ਹੋਈ ਤਾਂ ਇਹਨਾਂ ਦੇ ਸਿੰਪਟਮਸ ਆਏ ਤੇ ਉਸ ਤੋਂ ਬਾਅਦ ਇਹਨਾਂ ਦੀ ਟੈਸਟਿੰਗ ਹੋਈ ਤੇ ਕੋਵਿਡ ਪੋਜ਼ੀਟਿਵ ਆਏ ਤੇ ਕੁਝ ਸੀਰੀਅਸ ਹੋ ਗਏ। ਤਾਂ ਇਹ ਜਿਹੜੇ ਆਪਣੀ ਉਸ ਆਈਸੋਲੇਸ਼ਨ 'ਚ ਰਹਿ ਕੇ ਕਿੱਦਾਂ ਇਹਨਾਂ ਨੇ ਆਪਣੇ ਆਪ ਨੂੰ ਪੋਜ਼ੀਟਿਵ ਰੱਖਿਆ, ਕਿੱਦਾਂ ਇਹ ਠੀਕ ਹੋਏ, ਕੀ ਇਹਨਾਂ ਨੇ ਖਾਣਾ ਖਾਇਆ, ਉਹਦੇ ਬਾਰੇ ਦੱਸਣਗੇ। ਵਿਜੇ ਜੀ। सर मैं आइसोलेशन ड्यूटी करता सी, जिस दिन सर मेरी लास्ट ड्यूटी सी, मैं रात को सर बहुत ज़्यादा फीवर और बॉडी हो गई सर। मैं दैन नैक्सट डे सर अपनी सिस्टर इंचार्ज ਨੂੰ इन्फॉर्म किया कि सिस्टर इंचार्ज ने डॉक्टर महाजन, डॉक्टर संदीप छाबड़ा सर ਨਾਲ डिस्कस करके नैक्सट डे सर ने मैंने टेस्ट करवाया, जो कि सर नैक्सट डे पॉजिटिव आ गया सी।
ਪੋਜ਼ਿਟਿਵ ਆਉਣ ਤੋਂ ਬਾਅਦ ਸਰ ਮੈਂ ਆਈਸੋਲੇਟ ਕਰਤਾ ਸੀ ਸਰ ਮੈਨੂੰ, ਬਟ ਉੱਥੇ ਸਰ ਮੈਨੂੰ ਸਾਰਿਆਂ ਨੇ ਮੈਨੂੰ ਬੜਾ ਸਪੋਰਟ ਕੀਤਾ ਸਰ। ਡਾਕਟਰ ਰਜੇਸ਼ ਮਹਾਜਨ ਸਰ, ਡਾਕਟਰ ਅਸ਼ਵਨੀ ਚੌਧਰੀ ਸਰ, ਡਾਕਟਰ ਸੰਦੀਪ ਛਾਬੜਾ ਸਰ, ਡਾਕਟਰ ਬਿਸ਼ਮ ਮੋਹਨ ਸਰ, ਸਾਰਿਆਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਸਰ। ਦੇਖੋ ਬੇਸਿਕਲੀ ਇਹਨਾਂ ਦੇ ਬਾਰੇ ਮੈਂ ਹੋਰ ਦੱਸਾਂਗਾ ਕਿ ਇਹਨਾਂ ਦੀ ਆਕਸੀਜਨ ਸੈਚੂਰੇਸ਼ਨ ਜਿਹੜੀ ਹੈਗੀ ਹੈ ਉਹ ਘੱਟ ਸੀ। ਸਾਰੇ ਬੰਦਿਆਂ ਨੂੰ ਦਾਖਲ ਹੋਣ ਦੀ ਜ਼ਰੂਰਤ ਨਹੀਂ, ਸਿਰਫ 2 ਬੰਦਿਆਂ ਨੂੰ ਜ਼ਰੂਰਤ ਹੈ। ਹੋਮ ਆਈਸੋਲੇਸ਼ਨ ਅੱਜ ਕੱਲ੍ਹ ਬਹੁਤ ਜ਼ਿਆਦਾ ਪਪੂਲਰ ਹੋ ਗਿਆ। ਜਿਹੜੇ ਬੰਦੇ ਮਾਈਲਡਲੀ ਸਿੰਪਟੋਮੈਟਿਕ ਨੇ ਜਾਂ ਜਿਨ੍ਹਾਂ ਨੂੰ ਇਨਫੈਕਟ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਵੀ ਹੈਗਾ ਜਾਂ ਪ੍ਰੈਗਨੈਂਸੀ ਕੋਈ ਕੰਪਲਿਕੇਟਡ ਨਹੀਂ ਹੈ ਤੇ ਕੰਟਰੋਲ ਸ਼ੂਗਰ ਤੇ ਬਲੱਡ ਪ੍ਰੈਸ਼ਰ ਹੈ, ਉਹ ਵੀ ਬੜੇ ਸਿੰਪਲ ਤਰੀਕੇ ਨਾਲ ਹੋਮ ਆਈਸੋਲੇਟ ਹੋ ਸਕਦੇ ਨੇ ਤੇ ਜ਼ਿਆਦਾਤਰ ਜ਼ਿਆਦਾ ਬੰਦੇ ਇਸ ਚੀਜ਼ ਨੂੰ ਪ੍ਰਾਪਤ ਕਰਦੇ ਨੇ, ਇਸ ਚੀਜ਼ ਨੂੰ ਇਹਦੀ ਉਹ ਲੈਂਦੇ ਨੇ। ਪਰੰਤੂ ਜੋ ਇਹਨਾਂ ਦੇ ਕੇਸ ਵਿੱਚ ਹੋਇਆ ਵਰਿੰਦਰ ਦੇ, ਇਹਦੇ ਵਿੱਚ ਆਈ ਥਿੰਕ ਇਹਨਾਂ ਦੇ ਘਰ ਵਿੱਚ ਜਾਂ ਹੋਸਟਲ ਦੇ ਵਿੱਚ ਹੋਮ ਆਈਸੋਲੇਸ਼ਨ ਦੀ ਸੁਵਿਧਾ ਨਹੀਂ ਸੀਗੀ। ਸੋ ਜਿਹੜੇ ਜਦੋਂ ਚੀਜ਼ ਨਹੀਂ ਹੁੰਦੀ ਤਾਂ ਇਹਨਾਂ ਨੂੰ ਹਸਪੀਟਲਾਈਜ਼ ਕਰਨਾ ਪਿਆ। ਵਿਜੇ ਦੀ ਸੈਚੂਰੇਸ਼ਨ ਕਾਫੀ ਘੱਟ ਸੀ। ਦੋਸਤੋ ਹੋਮ ਆਈਸੋਲੇਸ਼ਨ ਦੇ ਵਿੱਚ ਕੁਝ ਚੀਜ਼ਾਂ ਨੇ ਜਿਹੜੀਆਂ ਕਿ ਤੁਹਾਨੂੰ ਡਾਕਟਰ ਹਤਿੰਦਰ ਤੁਹਾਨੂੰ ਦੱਸਣਗੇ ਕਿ ਉਹਦੇ ਵਿੱਚ ਕਿਹੜੇ ਵਾਰਨਿੰਗ ਸਿਗਨਲ ਨੇ ਜਦੋਂ ਕਿ ਤੁਹਾਨੂੰ ਹੋਮ ਆਈਸੋਲੇਸ਼ਨ ਕੀ ਹੁੰਦੀ ਹੈ ਤੇ ਕਿਹੜੇ ਵਾਰਨਿੰਗ ਸਿਗਨਲ ਹੈ ਕਿ ਤੁਹਾਨੂੰ ਹਸਪੀਟਲ ਜਾਣਾ ਪੈਂਦਾ ਹੈ। ਡਾਕਟਰ ਹਤਿੰਦਰ, ਇਸ ਕਰਕੇ ਬਾਰ-ਬਾਰ ਅਸੀਂ ਹਰ ਫੋਰਮ ਤੇ ਇਹੀ ਅਪੀਲ ਕਰਦੇ ਹਾਂ ਕਿ ਕਾਈਂਡਲੀ ਜਦੋਂ ਤੁਹਾਨੂੰ ਸਿੰਪਟਮਸ ਹੋਣ ਨਾਲ ਦੀ ਨਾਲ ਹੀ ਟੈਸਟ ਕਰਵਾਉਣਾ ਹੈ ਤੇ ਜੇ ਤੁਸੀਂ ਏਸਿੰਪਟੋਮੈਟਿਕ ਜਾਂ ਮਾਈਲਡਲੀ ਸਿੰਪਟੋਮੈਟਿਕ ਹੋ ਤਾਂ ਅਸੀਂ ਤੁਹਾਨੂੰ ਹੋਮ ਆਈਸੋਲੇਟ ਕਰਾਂਗੇ, ਜਿਹਦੀ ਪ੍ਰਕਿਰਿਆ ਹੁਣ ਬਹੁਤ ਹੀ ਈਜ਼ੀ ਹੋ ਗਈ ਹੈ। ਜਦੋਂ ਹੁਣ ਕੋਈ ਵੀ ਪੇਸ਼ੈਂਟ ਟੈਸਟ ਕਰਵਾਉਣ ਆਉਂਦਾ ਹੈ ਉਸੇ ਟਾਈਮ ਤੇ ਉਹ ਸਾਨੂੰ ਇੱਕ ਅੰਡਰਟੇਕਿੰਗ ਦਿੰਦਾ ਹੈ ਤੇ ਨਾਲ ਅਸੀਂ ਉਹਨੂੰ ਇੱਕ ਮੈਡੀਕਲ ਸਰਟੀਫਿਕੇਟ ਦਿੰਦੇ ਹਾਂ ਕਿ ਇਹ ਹੋਮ ਆਈਸੋਲੇਸ਼ਨ ਲਈ ਸੂਟੇਬਲ ਹੈ ਆਫਟਰ ਅ ਚੈੱਕਅਪ। ਉਸ ਤੋਂ ਬਾਅਦ ਜੇ ਪੇਸ਼ੈਂਟ ਪੋਜ਼ਿਟਿਵ ਆਉਂਦਾ ਹੈ ਤਾਂ ਹੀ ਕੰਟੀਨਿਊਸ ਟੂ ਬੀ ਇਨ ਹੋਮ ਆਈਸੋਲੇਸ਼ਨ। ਸਿਰਫ ਉਹਨੇ ਆਪਣੇ ਆਪ ਨੂੰ ਮੋਨੀਟਰ ਕਰਨਾ ਹੈ ਤੇ ਜਿਹੜੀਆਂ ਸਾਡੀ ਆਰਆਰਟੀ ਟੀਮ ਜਾਂ ਸਾਡੀ ਜਿਹੜੀ ਹੁਣ ਕੋਵਿਡ ਪੋਜ਼ਿਟਿਵ ਪੇਸ਼ੈਂਟ ਟਰੈਕਿੰਗ ਟੀਮ ਹੈ ਉਹਨੂੰ ਮੋਨੀਟਰ ਕਰੇਗੀ। 3 ਵਾਰੀ ਉਹਦੇ ਘਰ ਜਾਏਗੀ ਡਿਊਰਿੰਗ ਦੈਟ ਪੀਰੀਅਡ ਆਫ 17 ਡੇਜ਼ ਤੇ ਪੇਸ਼ੈਂਟ ਨੂੰ ਤੇ ਕਨਸਟੈਂਟਲੀ ਇਨ ਟੱਚ ਰਹੇਗੀ ਔਨ ਟੈਲੀਫੋਨ। ਸੋ ਹੋਮ ਆਈਸੋਲੇਸ਼ਨ 'ਚ ਜੇ ਪੇਸ਼ੈਂਟ ਨੂੰ ਕਦੇ ਵੀ ਇਹ ਫੀਲ ਹੁੰਦਾ ਹੈ ਕਿ ਜਿਹੜੇ ਮੇਰੇ ਸਿੰਪਟਮਸ ਹੈ ਏਸਿੰਪਟੋਮੈਟਿਕ ਜਾਂ ਮਾਈਲਡਲੀ ਸਿੰਪਟੋਮੈਟਿਕ ਉਹ ਵਰਸਨ ਹੋ ਰਹੇ ਹੈ, ਲਾਈਕ ਸਪੋਜ਼ ਉਹਨੂੰ ਕੰਟੀਨਿਊਸ ਹਾਈ ਗ੍ਰੇਡ ਫੀਵਰ ਰਹਿੰਦਾ ਹੈ। ਯੂਜੂਅਲੀ ਕੋਵਿਡ ਦੇ ਵਿੱਚ ਫੀਵਰ ਅਸੀਂ ਦੇਖਿਆ ਹੈ ਕਿ ਮਾਰਨਿੰਗ ਫੀਵਰ 99 ਜਾਂ ਥੋੜ੍ਹਾ ਜਿਹਾ ਅਬਾਵ, ਸ਼ਾਮ ਨੂੰ ਨਾਰਮਲ, ਪਰ ਜੇ ਉਹਨੂੰ ਕੰਟੀਨਿਊਸ ਹਾਈ ਗ੍ਰੇਡ ਫੀਵਰ ਰਹਿੰਦਾ ਹੈ, ਜੇ ਉਹਨੂੰ ਸਾਹ ਚੜ੍ਹਦਾ ਹੈ, ਬ੍ਰੈਥਲੈਸ ਹੁੰਦਾ ਹੈ, ਯੂਜੂਅਲੀ ਪੇਸ਼ੈਂਟ ਸਾਨੂੰ ਕਹਿੰਦੇ ਕਿ ਮੇਰੇ ਪ੍ਰੈਸ਼ਰ ਹੈ ਚੈਸਟ ਦੇ ਵਿੱਚ, ਉਹਨੂੰ ਕੋਈ ਪ੍ਰੈਸ਼ਰ ਹੁੰਦਾ ਹੈ ਤਾਂ ਉਹਨੇ ਇਮੀਡੀਏਟਲੀ 104 ਹੈਲਪਲਾਈਨ ਨੰਬਰ ਹੈ ਉੱਥੇ ਜਾਂ ਉਹ ਹਸਪੀਟਲ ਦੇ ਵਿੱਚ ਸਾਡੇ ਕੋਲ ਆ ਕੇ ਐਡਮਿਸ਼ਨ ਹੋਣੀ ਹੈ। ਅਦਰਵਾਈਜ਼ ਜੇ ਉਹਨੂੰ ਏਸਿੰਪਟੋਮੈਟਿਕ ਜਾਂ ਮਾਈਲਡ ਸਿੰਪਟਮਸ ਹੈ, ਮਾਈਲਡ ਫੀਵਰ ਹੈ ਤਾਂ ਉਹ ਹੋਮ ਆਈਸੋਲੇਟ ਹੋ ਕੇ ਆਪਣੀ ਹੈਲਥ ਨੂੰ ਕੰਟੀਨਿਊਸਲੀ ਮੋਨੀਟਰ ਕਰ ਸਕਦਾ ਹੈ। ਸਿਰਫ ਇੱਕ ਆਕਸੀਮੀਟਰ ਤੇ ਥਰਮਾਮੀਟਰ, ਬਸ ਇਹ 2 ਚੀਜ਼ਾਂ ਜੋ ਪੇਸ਼ੈਂਟ ਨੂੰ ਹੋਮ ਆਈਸੋਲੇਸ਼ਨ ਦੇ ਵਿੱਚ ਜ਼ਰੂਰੀ ਹਨ। ਦੋਸਤੋ ਜਿੱਦਾਂ ਤੁਸੀਂ ਦੇਖਿਆ ਕਿ ਹੋਮ ਆਈਸੋਲੇਸ਼ਨ ਬਹੁਤ ਈਜ਼ੀ ਹੈ ਤੇ ਵਾਰਨਿੰਗ ਸਿਗਨਲ ਤੁਹਾਨੂੰ ਮੈਡਮ ਨੇ ਦੱਸ ਦਿੱਤੇ ਨੇ। ਜਦੋਂ ਆਕਸੀਜਨੇਸ਼ਨ ਘਟ ਜਾਂਦੀ ਹੈ, ਜਦੋਂ ਕਿ 93 ਤੋਂ ਆਕਸੀਜਨ ਘਟ ਜਾਂਦੀ ਹੈ ਤਾਂ ਜੋ ਕਹਿੰਦੇ ਕਿ ਇਹਨੂੰ ਹਸਪੀਟਲਾਈਜੇਸ਼ਨ ਦੀ ਜ਼ਰੂਰਤ ਹੈ। ਉਹਦੇ ਵਿੱਚ ਕਾਫੀ ਚੀਜ਼ਾਂ ਨੇ, ਕਈ ਮੈਡੀਸਨਸ ਨੇ ਕਿ ਬਹੁਤ ਜ਼ਿਆਦਾ ਮਹਿੰਗੀਆਂ ਮੈਡੀਸਨਸ ਵੀ ਨਹੀਂ ਨੇ, ਕਾਸਟ ਇਫੈਕਟਿਵ ਮੈਡੀਸਨਸ ਹੈ। ਜੇ ਤੁਹਾਡੀ ਉਸ ਟਾਈਮ ਤੇ ਸੈਚੂਰੇਸ਼ਨ ਇਸ ਤੋਂ ਵੀ ਜ਼ਿਆਦਾ ਘਟਦੀ ਹੈ ਫਿਰ ਕੰਮ ਸੀਰੀਅਸ ਹੋ ਜਾਂਦਾ ਹੈ। ਤਾਂ ਜਦੋਂ ਤੁਸੀਂ ਇਸ ਸੈਚੂਰੇਸ਼ਨ ਤੇ ਹਸਪੀਟਲਾਈਜ਼ ਹੋ ਜਾਂਦੇ ਹੋ, ਅਰਲੀ ਟ੍ਰੀਟਮੈਂਟ ਜਦੋਂ ਤੁਸੀਂ ਪ੍ਰਾਪਤ ਕਰਦੇ ਹੋ ਤਾਂ ਤੁਸੀਂ ਰਿਕਵਰ ਹੋ ਸਕਦੇ ਹੋ, ਜਿੱਦਾਂ ਕਿ ਵਿਜੇ ਹੋਏ। ਵਿਜੇ ਬਾਰੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਸਾਂਝੀ ਕਰਨੀ ਚਾਹਾਂਗੇ ਕਿ ਨਾ ਕੇਵਲ ਇਹ ਇੱਕ ਵਿਨਰ ਹੋਇਆ, ਬਲਕਿ ਇਹਦਾ ਤੁਸੀਂ ਦੇਖਿਆ ਹੋਇਆ ਕਿ ਜਿਨ੍ਹਾਂ ਨੂੰ ਸਿੰਪਟਮਸ ਨੇ ਉਹਦੇ ਵਿੱਚ ਕੁਝ ਐਂਟੀਬੋਡੀਜ਼ ਹੋ ਜਾਂਦੀਆਂ ਨੇ ਤੇ ਉਹ ਪਲਾਜ਼ਮਾ, ਜੇ ਉਹ ਵਾਲਾ ਪਲਾਜ਼ਮਾ ਜਿਹੜਾ ਹੈਗਾ ਕਿਸੇ ਕੋਵਿਡ ਦੇ ਮਰੀਜ਼ ਜਿਹੜਾ ਥੋੜ੍ਹਾ ਜਿਹਾ ਸੀਰੀਅਸ ਹੈ ਉਹਨੂੰ ਦਿੱਤਾ ਜਾਵੇ ਤਾਂ ਕੁਝ ਕੇਸਾਂ ਦੇ ਵਿੱਚ, ਸਾਰਿਆਂ ਦੇ ਵਿੱਚ ਨਹੀਂ, ਕੁਝ ਕੇਸਾਂ ਦੇ ਵਿੱਚ ਜਿਹੜੇ ਅਸੀਂ ਫਿਕਸ ਕਰਦੇ ਹਾਂ ਉਹਦੇ ਵਿੱਚ ਉਹ ਪੇਸ਼ੈਂਟ ਠੀਕ ਹੋ ਜਾਂਦੇ ਨੇ। ਤਾਂ ਵਿਜੇ 2 ਵਾਰ ਆਪਣਾ ਜਿਹੜਾ ਪਲਾਜ਼ਮਾ ਡੋਨੇਟ ਕਰ ਚੁੱਕਿਆ ਤੇ 2 ਲਾਈਫ ਸੇ ਸੇਵ ਕਰ ਚੁੱਕਿਆ, ਇੱਕ ਪੁਲਿਸ ਆਫੀਸਰ ਦੀ ਤੇ ਇੱਕ ਹੋਰ ਸਾਡੇ ਬੰਦੇ ਸੀ ਉਹਦੀ ਲਾਈਫ ਸੇਵ ਕਰ ਸਕਿਆ। ਵਿਜੇ ਤੁਸੀਂ ਇਹ ਪਲਾਜ਼ਮਾ ਦੀ ਭਾਵਨਾ ਤੁਹਾਨੂੰ ਦੇਣ ਦੀ ਕਿੱਦਾਂ ਆਈ, ਤੁਹਾਡਾ ਕਿੱਦਾਂ ਮਨ ਕੀਤਾ, ਕਿਉਂਕਿ ਤੁਸੀਂ ਹਮੇਸ਼ਾ ਇਸ ਚੀਜ਼ 'ਚ ਯੰਗ ਹੋ ਤੇ ਐਕਟਿਵ ਰਹਿੰਦੇ ਹੋ ਕਿ ਤੁਸੀਂ ਪਲਾਜ਼ਮਾ ਦਿੱਤਾ ਤੇ 2 ਬੰਦਿਆਂ ਦੀ ਲਾਈਫ ਬਚਾਈ। ਵਿਜੇ ਸਰ ਮੈਨੂੰ ਬੜਾ ਅੱਛਾ ਲੱਗਿਆ ਸਰ, ਮੈਨੂੰ ਬਹੁਤ ਅੱਛਾ ਫੀਲ ਹੋਇਆ ਕਿ ਅਗਰ ਮੇਰੇ ਪਲਾਜ਼ਮਾ ਨਾਲ ਕਿਸੇ ਨੂੰ ਬੈਨੀਫਿਟ ਹੋ ਸਕਦਾ ਤਾਂ ਬੜੀ ਅੱਛੀ ਗੱਲ ਹੈ। ਤੁਹਾਡੇ ਨਾਲ ਇੱਕ ਫਰੈਂਡ ਵੀ ਸੀ ਤੁਹਾਡੇ ਜਿਨ੍ਹਾਂ ਨੂੰ ਮੇਰੇ ਸੀਨੀਅਰ ਸੀਗੇ ਮਿਸਟਰ ਕੇਵਲ ਸਿੰਘ ਤੇ ਚਲੋ ਅੱਜ ਇਹਦੇ ਜ਼ਰੀਏ ਅਸੀਂ ਦੋਨਾਂ ਦਾ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੰਨੇ ਸਾਡੀ ਲਾਈਫ ਬਚਾਈ ਤੇ ਅਸੀਂ ਤੁਹਾਡਾ ਪਲਾਜ਼ਮਾ 'ਚ ਸਾਨੂੰ ਲੋੜ ਪਈ ਫਿਰ ਵੀ ਲਵਾਂਗੇ। ਠੀਕ ਹੈ ਵਿਜੇ ਜੀ, ਥੈਂਕ ਯੂ। ਹੁਣ ਜਿੱਦਾਂ ਮੈਡਮ ਨੇ ਹੋਮ ਆਈਸੋਲੇਸ਼ਨ ਬਾਰੇ ਦੱਸਿਆ, ਇੱਕ ਪੇਸ਼ੈਂਟ ਸਾਡੇ ਨਾਲ ਜੁੜੇ ਨੇ ਮਿਸਟਰ ਮੂੰਗੀਆ। ਇਹਨਾਂ ਨੇ ਫਾਰਮ ਭਰਿਆ, ਇਹਨਾਂ ਦਾ ਟੈਸਟ ਪੋਜ਼ਿਟਿਵ ਆਇਆ, ਫਾਰਮ ਭਰਿਆ, ਬੜੇ ਸਿੰਪਲੀਫਾਈਡ ਤਰੀਕੇ ਨੇ ਇਹਨਾਂ ਨੇ ਹੋਮ ਆਈਸੋਲੇਸ਼ਨ ਕੀਤੀ। ਮੈਂ ਇਹਨਾਂ ਤੋਂ ਕੁਝ ਸਵਾਲ ਪੁੱਛਾਂਗਾ ਕਿ ਇਹਨਾਂ ਨੇ ਜਿਹੜੇ ਹੋਮ ਆਈਸੋਲੇਸ਼ਨ ਜਿਹੜੀ ਹੈਗੀ ਹੈ ਉਹ ਹੋਮ ਆਈਸੋਲੇਸ਼ਨ 'ਚ ਆਪਣੀ ਲਾਈਫ ਕਿੱਦਾਂ ਬਿਤਾਈ, ਉਦੋਂ ਤੁਹਾਡੇ ਕੀ ਇਮੋਸ਼ਨ ਸੀ,
ਬੱਚਿਆਂ ਨੂੰ ਕਿੱਦਾਂ ਲੱਗਿਆ ਤੇ ਤੁਸੀਂ ਇਹ ਚੀਜ਼ ਨੂੰ ਕਿੱਦਾਂ ਓਵਰਕਮ ਕੀਤਾ, ਕਿਉਂਕਿ ਇਹ ਇੱਕ ਨਾ ਕੇਵਲ ਸੋਸ਼ਲ ਥੋੜਾ ਸਟਿਗਮਾ ਸੀ ਜਿਹੜਾ ਕਿ ਹੁਣ ਬਹੁਤ ਜ਼ਿਆਦਾ ਦੂਰ ਹੋ ਗਿਆ, ਲੋਕ ਇਸ ਨੂੰ ਇਸ ਤਰ੍ਹਾਂ ਅਨਟੱਚੇਬਲ ਘੱਟ ਸਮਝਣ ਲੱਗ ਗਏ। ਤੁਸੀਂ ਇਹਨਾਂ ਤੋਂ ਕਿੱਦਾਂ ਦੂਰ ਕੀਤਾ ਤੇ ਇਮੋਸ਼ਨਲੀ ਕਿੱਦਾਂ ਸਟਰੋਂਗ ਰਹੇ ਮਿਸਟਰ ਮੂੰਗੀਆ? ਪਹਿਲੇ ਤਾਂ ਮੈਂ ਡਾਕਟਰ ਸਿੰਦਰ ਸੋਲ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਕਿ ਇਹਨਾਂ ਦੀ ਸਪੋਰਟ ਦੇ ਨਾਲ ਮੈਨੂੰ ਜਿੱਦਾਂ ਗਾਈਡ ਕਰਦੇ ਰਹੇ ਤੇ ਮੈਂ ਇਹਨਾਂ ਦੀ ਬਹੁਤ ਸਪੋਰਟ ਰਹੀ ਮੈਨੂੰ, ਤੇ ਮਤਲਬ ਕਿ ਟਾਈਮ ਟੂ ਟਾਈਮ ਮੈਨੂੰ ਫੋਨ ਕਰਕੇ ਘਰ ਪੁੱਛਦੇ ਵੀ ਰਹੇ। ਤੇ ਬਾਕੀ ਰਹਿ ਗਈ ਜਿਵੇਂ ਇਮੋਸ਼ਨ ਦੀ ਗੱਲ ਹੈ, ਜਦੋਂ ਮੈਨੂੰ ਪੋਜ਼ੀਟਿਵ ਆਇਆ ਤੇ ਮੇਰੇ ਘਰ ਵਾਲੇ ਸਾਰੇ ਡਰ ਗਏ ਬਹੁਤ ਜ਼ਿਆਦਾ। ਤੇ ਚਲੋ ਮੇਰੇ ਕੋਲ ਹੋਮ ਕੁਆਰੰਟਾਈਨ ਦੀ ਪ੍ਰੋਵੀਜ਼ਨ ਹੈਗੀ ਸੀ, ਮੈਂ ਉੱਪਰ ਆਪਣਾ ਅਲੱਗ ਕਮਰੇ 'ਚ ਜਦੋਂ ਪਹਿਲੇ ਦਿਨ ਮੈਨੂੰ ਟੈਂਪਰੇਚਰ ਹੋਇਆ ਮੈਂ ਉਸੇ ਦਿਨ ਹੀ ਕੁਆਰੰਟਾਈਨ ਹੋ ਗਿਆ ਸੀਗਾ। ਤੇ ਘਰ ਵਾਲੇ ਇੰਨੇ ਡਰੇ ਹੋਏ ਸੀਗੇ ਕਿ ਪਤਾ ਕਿ ਕਿਸੇ ਮਤਲਬ ਕਿ ਉਹ ਮੇਰੇ ਕੋਲ ਉੱਪਰ ਆਉਣ 'ਤੇ ਵੀ ਡਰਦੇ ਪਏ ਸੀ। ਮੈਂ ਤਾਂ ਉਹਨਾਂ ਨੂੰ ਆਪ ਹੀ ਕਿਹਾ ਸੀ ਮੇਰਾ ਖਾਣਾ ਬਾਹਰ ਰੱਖ ਦਿੰਦੇ ਸੀ, ਮੈਂ ਕਿ ਕਾਫੀ ਡਰ ਗਏ ਹੋਏ ਸੀ। ਪਰ ਮੈਂ ਉਹਨਾਂ ਨੂੰ ਸਪੋਰਟ ਕੀਤੀ, ਡਾਕਟਰ ਰਜਿੰਦਰ ਨੇ ਵੀ ਮੇਰੀ ਵਾਈਫ ਨਾਲ ਵੀ ਗੱਲ ਕੀਤੀ, ਉਹਨਾਂ ਨੇ ਬੜੀ ਇਹਨਾਂ ਨੂੰ ਸਪੋਰਟ ਕੀਤੀ ਕਿ ਮਤਲਬ ਕਿ ਤੁਸੀਂ ਕੋਈ ਇਹੋ ਜਿਹੀ ਗੱਲ ਨਹੀਂ, ਡਰਨ ਵਾਲੀ ਕੋਈ ਗੱਲ ਨਹੀਂ ਹੈਗੀ। ਬਾਕੀ ਜਿਵੇਂ ਵੀ ਹੋਇਆ ਮਤਲਬ ਕਿ ਮੈਂ ਵੀ ਉਹਨਾਂ ਨੂੰ ਕਾਫੀ ਸਪੋਰਟ ਕੀਤੀ ਹੈਗੀ। ਤੁਸੀਂ ਜਿਹੜੇ ਜਿੱਦਾਂ ਕਈ ਲੋਕ ਪੁੱਛਦੇ ਨੇ ਬਰਤਨ ਕੱਪੜੇ ਹਨਾ, ਤਾਂ ਤੁਸੀਂ ਉਹ 10 ਦਿਨ ਕਿੱਦਾਂ ਬਚਾਏ? ਕਿਤਾਬ ਪੜ੍ਹ ਕੇ, ਟੀਵੀ ਦੇਖ ਕੇ, ਕਿੱਦਾਂ ਕੁਝ ਕੀਤਾ? ਜਿਵੇਂ ਮੈਂ ਦੱਸਿਆ ਕਹਿੰਦਾ ਜੀ ਬਰਤਨ ਵੀ ਤੁਸੀਂ ਆਪ ਸਾਫ਼ ਕਰਨੇ ਆ, ਮੈਂ ਆਪਣੇ ਬਰਤਨ ਅਲੱਗ ਰੱਖ ਲਏ ਸੀ, ਬਰਤਨ ਆਪਣੇ ਆਪ ਸਾਫ਼ ਕਰਦਾ ਸੀ ਤੇ ਮੈਂ ਬਾਹਰ ਟੇਬਲ 'ਤੇ ਉੱਥੇ ਰੱਖ ਦਿੰਦਾ ਸੀਗਾ। ਘਰ ਵਾਲੇ ਮੇਰੇ ਉੱਪਰ ਖਾਣਾ ਪਾ ਪੂ ਕੇ ਜੋ ਵੀ ਖਾਣਾ ਮੇਰੇ ਬਰਤਨਾਂ 'ਚ ਰੱਖ ਦਿੰਦੇ, ਮੈਂ ਫਿਰ ਉਹ ਚਲੇ ਜਾਂਦੇ ਸੀ, ਮੈਂ ਆਪਣਾ ਖਾਣਾ ਅੰਦਰ ਲਿਆਂਦਾ ਸੀ। ਮੈਂ ਤੁਹਾਡੇ ਤੋਂ ਇੱਕ ਸਵਾਲ ਹੋਰ ਪੁੱਛਾਂਗਾ। ਹਾਂਜੀ ਹਾਂਜੀ। ਕਾਫੀ ਜਗ੍ਹਾ ਤੇ ਕਈ ਜਗ੍ਹਾ ਤੇ ਪੰਜਾਬ ਵਿੱਚ ਇਹ ਬਹੁਤ ਘੱਟ ਹੈ, ਕਈ ਸਟੇਟਸ 'ਚ ਕਾਫੀ ਥੱਬਾ ਪਰ ਦਵਾਈਆਂ ਦੇ ਦਿੱਤੀਆਂ ਜਾਂਦੀਆਂ ਜਿਹੜੇ ਹੋਮ ਆਈਸੋਲੇਸ਼ਨ ਹੁੰਦੇ ਆ, ਪਰ ਜਿੱਦਾਂ ਕਿ ਸਾਡੀਆਂ ਗਵਰਨਮੈਂਟ ਦੀਆਂ ਗਾਈਡਲਾਈਨ ਦੇ ਮਿਨੀਮਮ ਮੈਡੀਸਨ ਦਿੰਦੇ ਆ, ਤੁਸੀਂ ਕਿਹੜੀ ਮੈਡੀਸਨ ਲਿੱਤੀ? ਮੈਂ ਸਿਰਫ ਮੈਂ 4 ਦਿਨ ਟੈਂਪਰੇਚਰ ਹੁੰਦਾ ਰਿਹਾ 9900 ਵਿੱਚ ਹੁੰਦਾ ਰਿਹਾ ਮੈਨੂੰ। ਮੈਂ ਪੈਰਾਸੀਟਾਮੋਲ ਲਿੱਤੀ ਹੈ, ਜਿੰਨੀ ਦੇਰ ਮੈਂ ਹਰ 4 ਘੰਟੇ ਬਾਅਦ ਟੈਂਪਰੇਚਰ ਚੈੱਕ ਕਰਦਾ ਸੀ, ਆਕਸੀਮੀਟਰ ਚੈੱਕ ਕਰਦਾ ਸੀ ਤੇ ਜਦੋਂ ਮੈਨੂੰ ਟੈਂਪਰੇਚਰ ਹੁੰਦਾ ਪੈਰਾਸੀਟਾਮੋਲ ਮੈਂ ਉਦੋਂ ਹੀ ਲਿੱਤੀ ਹੈਗੀ ਹੈ। ਉਸ ਤੋਂ ਇਲਾਵਾ ਜਿਵੇਂ ਮੈਨੂੰ ਡਾਕਟਰ ਸਾਹਿਬ ਨੇ ਦੱਸਿਆ ਕਿ ਆਪਣਾ ਵਿਟਾਮਿਨ ਸੀ ਐਂਡ ਜ਼ਿੰਕ, ਇੱਕ ਐਰੀਥਰੋਮਾਈਸਿਨ ਗਲਿਆ ਦੇ ਬਾਅਦ ਇਹੀ ਦਵਾਈ ਲਿੱਤੀ, ਹੋਰ ਕੋਈ ਦਵਾਈ ਜ਼ਿਆਦਾ ਨਹੀਂ ਲਿੱਤੀ। ਡੀਅਰ ਫਰੈਂਡਸ, ਇਹ ਬਹੁਤ ਇੰਪੋਰਟੈਂਟ ਚੀਜ਼ ਅਸੀਂ ਇਹਨਾਂ ਨੇ ਹਾਈਲਾਈਟ ਕੀਤੀ ਹੈ ਕਿ ਜਿਹੜੇ ਪੇਸ਼ੈਂਟ ਹੋਮ ਆਈਸੋਲੇਸ਼ਨ 'ਚ ਹੈ, ਮਾਈਲਡ ਡਿਜ਼ੀਜ਼ ਹੈ, ਉਹਨਾਂ ਨੂੰ ਬਹੁਤ ਜ਼ਿਆਦਾ ਮੁੱਠੀਆਂ ਭਰ ਕੇ ਮੈਡੀਸਨ ਲੈਣ ਦੀ ਲੋੜ ਨਹੀਂ ਹੈ, ਬਿਲਕੁਲ ਵੀ ਨਹੀਂ ਹੈ। ਜਿੱਦਾਂ ਕਈ ਲੋਕ ਐਂਟੀਵਾਇਰਲ ਟ੍ਰੀਟਮੈਂਟ ਦੇ ਦਿੰਦੇ ਨੇ ਜਿਹੜਾ ਕਿ ਬਹੁਤ ਕੋਸਟਲੀ ਹੈ ਔਰ ਡਿਫਿਕਲਟ ਹੈ, ਉਹਦਾ ਕੋਈ ਫਾਇਦਾ ਨਹੀਂ ਹੈ। ਸਿਰਫ ਉਹੀ ਚੀਜ਼ਾਂ ਕਰੋ ਜੋ ਡਾਕਟਰ ਇਹਨਾਂ ਨੇ ਲਿੱਤੀਆਂ ਮਿਸਟਰ ਮੂੰਗੀਆ ਨੇ। ਵਿਟਾਮਿਨ ਸੀ, ਜ਼ਿੰਕ ਲੈ ਸਕਦੇ ਹੋ, ਆਪਣੀ ਡਾਈਟ ਨਾਰਮਲ ਰੱਖੋ, ਆਪਣੇ ਕਮਰੇ ਵਿੱਚ ਵਾਕ ਕਰ ਸਕਦੇ ਹੋ, ਯੋਗਾ ਪ੍ਰਾਣਾਯਾਮ ਕਰ ਸਕਦੇ ਹੋ, ਬਿਲਕੁਲ ਲੇਟੋ ਨਾ, ਕਿਉਂਕਿ ਜੇ ਤੁਸੀਂ ਜ਼ਿਆਦਾਤਰ ਲੇਟੋਗੇ ਇੱਕ ਇਕਾਂਤ ਵਾਸਤੇ ਵਿੱਚ ਤਾਂ ਪੈਰਾਂ ਦੇ ਵਿੱਚ ਕਲੌਟ ਬਣ ਸਕਦਾ। ਸੋ ਚੱਲਣਾ ਬਹੁਤ ਜ਼ਰੂਰੀ ਹੈ, ਹਾਈਡਰੇਸ਼ਨ ਬਹੁਤ ਜ਼ਰੂਰੀ ਹੈ ਔਰ ਮਿਨੀਮਮ ਮੈਡੀਸਨ ਲੈਣੀਆਂ ਨੇ ਜਿੱਦਾਂ ਕਿ ਇਹਨਾਂ ਨੇ ਲਿੱਤੀਆਂ। ਜੋ ਲੈਣ ਤੋਂ ਬਾਅਦ ਅੱਜ ਤਾਂ ਬਿਲਕੁਲ ਲੱਗ ਨਹੀਂ ਰਿਹਾ ਕਿ ਮਤਲਬ ਬਿਲਕੁਲ ਨਾਰਮਲ ਨੇ। ਸੋ ਕਹਿਣ ਦਾ ਮਤਲਬ ਹੈ ਕਿ ਜਿਹੜੇ ਮਾਈਲਡ ਡਿਜ਼ੀਜ਼ ਦੇ ਬੰਦੇ ਨੇ ਉਹ 95 ਤੋਂ 99% ਠੀਕ ਹੋ ਸਕਦੇ ਨੇ ਤੇ ਸਾਰਿਆਂ ਨੂੰ ਹਸਪੀਟਲਾਈਜੇਸ਼ਨ ਦੀ ਜ਼ਰੂਰਤ ਨਹੀਂ ਪੈਂਦੀ। ਪਰ ਜਿਨ੍ਹਾਂ ਨੂੰ ਪੈਂਦੀ ਹੈ, ਜੋ ਛੇਤੀ ਦਾਖਲ ਹੋ ਜਾਂਦੇ ਨੇ ਤਾਂ ਉਹ ਬਚ ਸਕਦੇ ਨੇ, ਜਿੱਦਾਂ ਕਿ ਸਾਡੇ ਵਿਜੇ ਜੀ। ਸੋ ਇਹਨਾਂ ਦਾ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ। ਇੱਕ ਯੋਗਾ ਬਾਰੇ ਮੈਂ ਕੁਝ ਹੋਰ ਗੱਲ ਕਰਨਾ ਚਾਹੁੰਦਾ। ਜਿਵੇਂ ਮੇਰਾ ਆਕਸੀਮੀਟਰ ਮੈਂ ਚੈੱਕ ਕਰਦਾ ਸੀ, ਮੇਰੀ ਸੈਚੂਰੇਸ਼ਨ ਆਉਂਦੀ ਸੀ 91 ਤੋਂ 93। ਤਾਂ ਮੈਂ ਸਵੇਰੇ ਸ਼ਾਮ ਪੂਰਾ ਅੱਧੇ ਤੋਂ ਲੈ ਕੇ ਪੌਣੇ ਘੰਟੇ ਦਾ ਪ੍ਰਾਣਾਯਾਮ ਕਰਦਾ ਸੀਗਾ, ਡੀਪ ਬਰੀਥਿੰਗ ਕਰਦਾ ਸੀਗਾ, ਅਲੋਮ ਵਿਲੋਮ ਕਰਦਾ ਸੀ, ਕਪਾਲਭਾਤੀ ਕਰਦਾ ਸੀ। ਮੇਰੀ ਸੈਚੂਰੇਸ਼ਨ 96 97 ਚਲੀ ਜਾਂਦੀ ਸੀ ਉਸੇ ਦੌਰਾਨ। ਵੈਰੀ ਗੁੱਡ। ਇਹਦਾ ਕਾਰਨ ਇਹ ਹੈਗਾ ਕਿ ਜਿਹੜੀ ਸੈਚੂਰੇਸ਼ਨ ਜਦੋਂ ਘੱਟ ਹੁੰਦੀ ਹੈ, ਜਿਹੜੇ ਲੰਗਸ ਦੇ ਨੀਚੇ ਵਾਲਾ ਏਰੀਆ ਉਹ ਕਲੈਪਸ ਹੋ ਜਾਂਦਾ। ਜਦੋਂ ਤੁਸੀਂ ਏਰੀਏਸ਼ਨ ਲੈਂਦੇ ਹੋ ਜਾਂ ਪ੍ਰੋਨ ਪੋਜੀਸ਼ਨ 'ਚ ਵੀ ਪੈਂਦੇ ਹੋ, ਜਦੋਂ ਪੁੱਠਾ ਲੇਟਦੇ ਹੋ, ਉਹਦੇ ਨਾਲ ਜਿਹੜੀ ਲੰਗਸ ਦੀ ਏਰੀਏਸ਼ਨ ਉਹ ਵੱਧ ਜਾਂਦੀ ਹੈ ਤੇ ਤੁਹਾਡੀ ਸੈਚੂਰੇਸ਼ਨ ਇੰਪਰੂਵ ਹੋ ਜਾਂਦੀ ਹੈ ਬਿਨਾਂ ਮੈਡੀਸਨ ਤੋਂ। ਸੋ ਇਹ ਚੀਜ਼ ਕਰਨੀ ਚਾਹੀਦੀ ਹੈ, ਪਰ ਇਹ ਵੀ ਧਿਆਨ ਰੱਖਣਾ ਚਾਹੀਦਾ ਕਿ ਇਹ ਜੇ ਕਰਨ ਦੇ ਬਾਵਜੂਦ ਤੁਹਾਡੀ ਸੈਚੂਰੇਸ਼ਨ 93 ਤੋਂ ਘੱਟ ਹੈ, ਫਿਰ ਤੁਸੀਂ ਆਪਣੇ ਡਾਕਟਰ ਨੂੰ ਮਿਲੋ, ਹੋ ਸਕਦਾ ਕਿ ਤੁਹਾਨੂੰ ਹਸਪੀਟਲਾਈਜੇਸ਼ਨ ਦੀ ਲੋੜ ਪਵੇ। ਥੈਂਕ ਯੂ ਸਰ। ਸਰ ਇੱਕ ਚੀਜ਼ ਹੋਰ ਮੈਂ ਦੇਖੋ, ਤੁਹਾਨੂੰ ਸੁਣਨ ਵਾਸਤੇ ਸਾਰੇ ਦਰਸ਼ਕ ਨੇ, ਤੁਸੀਂ ਜੋ ਤੁਹਾਡੇ ਮਨ ਵਿੱਚ ਹੈ ਪੂਰੀ ਗੱਲ ਮੇਰੇ ਐਂਟੀਬੋਡੀ ਤਾਂ ਬਣੀ ਹੋਗੀ, ਮੈਨੂੰ ਉਹਦੇ ਲਈ ਟੈਸਟ ਕਰਨ ਦੀ ਜ਼ਰੂਰਤ ਹੈਗੀ ਕਿ ਨਹੀਂ? ਡੈਫੀਨੇਟਲੀ। ਜਿੱਦਾਂ ਤੁਹਾਨੂੰ ਮਾਈਲਡ ਸਿੰਪਟੋਮੈਟਿਕ ਸੀ, ਅਸੀਂ ਤੁਹਾਡੇ ਜੇ ਤੁਸੀਂ ਪਲਾਜ਼ਮਾ ਤੁਹਾਨੂੰ ਲੱਗਿਆ ਕਿ ਸਾਨੂੰ ਲੋੜ ਹੈ ਜਾਂ ਤੁਸੀਂ ਪਲਾਜ਼ਮਾ ਡੋਨੇਟ ਕਰਨਾ ਚਾਹੁੰਦੇ ਹੋ, ਜੋ ਕਿ ਬਹੁਤ ਅੱਛੀ ਚੀਜ਼ ਹੈ, ਤਾਂ ਤੁਹਾਡੇ ਅਸੀਂ ਐਂਟੀਬੋਡੀ ਟੈਸਟ ਕਰਾਂਗੇ। ਜੇ ਸਾਨੂੰ ਲੱਗਿਆ ਕਿ ਇਹ ਪੋਜ਼ਿਟਿਵ ਹੈ, ਉਹ ਅਸੀਂ ਕਰ ਦਿਆਂਗੇ ਮੈਮ, ਤਾਂ ਅਸੀਂ ਤੁਹਾਡਾ ਪਲਾਜ਼ਮਾ ਲੈ ਸਕਦੇ ਹਾਂ ਤਾਂ ਕਿਸੇ ਬੰਦੇ ਦਾ ਭਲਾ ਹੋ ਸਕਦਾ। ਮੈਂ ਰੈਗੂਲਰ ਬਲੱਡ ਡੋਨਰ ਹਾਂ ਜੀ, ਇਹ ਰੋਟਰੀ ਕਲੱਬ 'ਤੇ ਅਸੀਂ ਪਲੇਟਫਾਰਮ 'ਤੇ ਇਕੱਠੇ ਵੀ ਹੈਗੇ ਹਾਂ ਡਾਕਟਰ ਸਾਹਿਬ ਨਾਲ, ਤੇ ਪਲਾਜ਼ਮਾ ਜਿੱਥੇ ਵੀ ਜ਼ਰੂਰਤ ਪਏਗੀ ਮੈਂ ਰੈਡੀ ਹੈਗਾ ਦੇਣ ਨੂੰ, ਕੋਈ ਐਸੀ ਨਹੀਂ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਜ਼ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।